ਮੁਨਸ਼ੀ ਪ੍ਰੇਮਚੰਦ ਦਾ ਨੋਵਲ ਨਿਰਮਲਾ ਅੰਕ 11। ਮੁਨਸ਼ੀ ਤੋਤਾਰਾਮ ਸ਼ਾਮ ਵੇਲੇ ਕਚਹਿਰੀਓਂ ਘਰ ਪਹੁੰਚੇ ਤਾਂ ਨਿਰਮਲਾ ਨੇ ਪੁੱਛਿਆ, ਮਨਸਾ ਰਾਮ ਨੂੰ ਵੇਖਿਆ, ਕੀ ਹਾਲ ਹੈ ਹੁਣ? ਮੁਨਸ਼ੀ ਜੀ ਨੇ ਵੇਖਿਆ ਕਿ ਨਿਰਮਲਾ ਦੇ ਚਿਹਰੇ ਤੇ ਨਾ ਮਾਤਰ ਵੀ ਦੁੱਖ ਜਾਂ ਚਿੰਤਾ ਦਾ ਚਿੰਨ੍ਹ ਨਹੀਂ ਹੈ। ਉਹਦਾ ਸਜਣਾ ਸਵਰਨਾ ਹੋਰਨਾਂ ਦਿਨਾਂ ਤੋਂ ਵੀ ਜ਼ਿਆਦਾ ਭਰਵਾਂ ਸੀ। ਮਸਲਨ ਉਹ ਗਲ 'ਚ ਹਾਰ ਨਹੀਂ ਸੀ ਪਾਉਂਦੀ, ਪਰ ਅੱਜ ਉਹ ਵੀ ਗਲ 'ਚ ਸਜ ਰਿਹਾ ਸੀ। ਕਾਂਟਿਆਂ ਨਾਲ ਵੀ ਉਹਨੂੰ ਬਹੁਤ ਪਿਆਰ ਸੀ। ਅੱਜ ਸਿਰ ਉੱਪਰਲਾ ਟਿੱਕਾ ਵੀ ਪਤਲੀ ਬਰੀਕ ਰੇਸ਼ਮੀ ਸਾੜੀ ਦੇ ਹੇਠਾਂ ਕਾਲੇ ਕਾਲੇ ਵਾਲਾਂ ਦੇ ਉੱਪਰ ਦੀਵੇ ਦੀ ਤਰ੍ਹਾਂ ਚਮਕ ਰਿਹਾ ਸੀ। ਮੁਨਸ਼ੀ ਜੀ ਨੇ ਘੋਰ ਨਿਰਾਸ਼ਾ 'ਚ ਆਖਿਆ, ਬਿਮਾਰ ਹੈ, ਹੋਰ ਕੀ ਹਾਲ ਦੱਸਾਂ? ਨਿਰਮਲਾ, ਤੁਸੀਂ ਤਾਂ ਉਹਨੂੰ ਘਰ ਲਿਆਉਣ ਲਈ ਗਏ ਸੀ। ਮੁਨਸ਼ੀ ਜੀ ਨੇ ਝੁੰਝਲਾ ਕੇ ਕਿਹਾ, ਉਹ ਨਹੀਂ ਆਉਂਦਾ ਤਾਂ ਕਿ ਮੈਂ ਜ਼ਬਰਦਸਤੀ ਚੁੱਕ ਲਿਆਉਂਦਾ। ਕਿੰਨਾ ਸਮਝਾਇਆ ਕਿ ਬੇਟਾ ਘਰ ਚੱਲ, ਉੱਥੇ ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ, ਪਰ ਘਰ ਦਾ ਨਾਂ ਸੁਣ ਕੇ ਉਹਦਾ ਬੁਖਾਰ ਜਿਵੇਂ ਦੁੱਗਣਾ ਹੋ ਜਾਂਦਾ ਸੀ। ਕਹਿਣ ਲੱਗਾ, ਮੈਂ ਇੱਥੇ ਮਰ ਜਾਵਾਂਗਾ ਪਰ ਘਰ ਨਹੀਂ ਜਾਵਾਂਗਾ। ਆਖਿਰਕਾਰ ਮਜਬੂਰ ਹੋ ਕੇ ਹਸਪਤਾਲ ਛੱਡ ਕੇ ਆਇਆ, ਹੋਰ ਕੀ ਕਰਦਾ। ਰੁਕਮਣੀ ਵੀ ਵਿਹੜੇ 'ਚ ਆ ਕੇ ਖਲੋ ਗਈ ਸੀ। ਕਹਿਣ ਲੱਗੀ, ਉਹ ਤਾਂ ਜਨਮਾਂ ਤੋਂ ਜਿੱਦੀ ਏ, ਉਹ ਇੰਜ ਨਹੀਂ ਆਉਣ ਲੱਗਾ ਤੇ ਇਹ ਵੀ ਵੇਖ ਲੈਣਾ ਉਹਨੇ ਠੀਕ ਵੀ ਨਹੀਂ ਹੋਣਾ। ਮੁਨਸ਼ੀ ਜੀ ਨੇ ਦੁਖੀ ਆਵਾਜ਼ 'ਚ ਕਿਹਾ, ਦੀਦੀ ਤੂੰ 2-4 ਦਿਨ ਲਈ ਉੱਥੇ ਚਲੀ ਜਾਵੇਂ ਤਾਂ ਬਹੁਤ ਚੰਗਾ ਹੋਵੇ। ਤੇਰੇ ਉੱਥੇ ਹੋਣ ਨਾਲ ਉਹਨੂੰ ਤਸੱਲੀ ਰਹੇਗੀ। ਦੀਦੀ ਮੇਰੀ ਇਹ ਬੇਨਤੀ ਮੰਨ ਲੈ, ਇਕੱਲਾ ਰੋ ਰੋ ਕੇ ਮਰ ਜਾਵੇਗਾ। ਬਸ ਹਾਏ ਮਾਂ ਦੀ ਰੱਟ ਲਾ ਕੇ ਰੋਂਦਾ ਰਹਿੰਦਾ ਹੈ। ਮੈਂ ਉੱਥੇ ਜਾ ਰਿਹਾ ਹਾਂ, ਮੇਰੇ ਨਾਲ ਹੀ ਚੱਲ। ਉਹਦੀ ਹਾਲਤ ਠੀਕ ਨਹੀਂ ਦੀਦੀ, ਪਹਿਲਾਂ ਵਾਲੀ ਸ਼ਕਲ ਹੀ ਨਹੀਂ ਰਹੀ। ਵੇਖੋ ਰੱਬ ਕੀ ਕਰਦਾ ਹੈ। ਇਹਨਾਂ ਕਹਿੰਦਿਆਂ ਹੀ ਮੁਨਸ਼ੀ ਜੀ ਦੀਆਂ ਅੱਖਾਂ 'ਚੋਂ ਅੱਥਰੂ ਵਗਣ ਲੱਗੇ, ਪਰ ਰੁਕਮਣੀ ਸਥਿਰ ਭਾਵ ਨਾਲ ਬੋਲੀ, ਮੈਂ ਜਾਣ ਲਈ ਤਿਆਰ ਹਾਂ। ਮੇਰੇ ਉੱਥੇ ਰਹਿਣ ਨਾਲ ਜੇਕਰ ਮੇਰੇ ਲਾਲ ਦੀ ਜਾਨ ਬਚ ਜਾਂਦੀ ਹੈ ਤਾਂ ਮੈਂ ਸਿਰ ਦੇ ਭਾਰ ਦੌੜੀ ਜਾਵਾਂਗੀ, ਪਰ ਮੇਰਾ ਕਹਿਣਾ ਪੱਲੇ ਬੰਨ੍ਹ ਲੈ ਭਰਾਵਾ, ਉੱਥੇ ਰਹਿਣਾ ਠੀਕ ਨਹੀਂ। ਮੈਂ ਉਹਨੂੰ ਜਾਣਦੀ ਹਾਂ, ਉਹਨੂੰ ਹੋਰ ਕੋਈ ਬਿਮਾਰੀ ਨਹੀਂ, ਸਿਰਫ ਘਰੋਂ ਕੱਢੇ ਜਾਣ ਦਾ ਦੁੱਖ ਹੈ। ਇਹੀ ਦੁੱਖ ਬੁਖਾਰ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਤੂੰ ਇੱਕ ਨਹੀਂ ਲੱਖ ਇਲਾਜ ਕਰਾ, ਚਾਹੇ ਸਿਵਲ ਸਰਜਨ ਨੂੰ ਦਿਖਾ, ਉਹਨੂੰ ਕਿਸੇ ਦਵਾਈ ਨੇ ਅਸਰ ਨਹੀਂ ਕਰਨਾ। ਮੁਨਸ਼ੀ ਜੀ, ਦੀਦੀ ਉਹਨੂੰ ਘਰੋਂ ਕੱਢਿਆ ਕਿਹਨੇ ਹੈ? ਮੈਂ ਤਾਂ ਸਿਰਫ ਉਹਦੀ ਪੜ੍ਹਾਈ ਖਾਤਰ ਉਹਨੂੰ ਭੇਜਿਆ ਸੀ। ਰੁਕਮਣੀ, ਤੂੰ ਭਾਵੇਂ ਕਿਸੇ ਵੀ ਖਿਆਲ ਨਾਲ ਭੇਜਿਆ ਹੋਵੇ, ਪਰ ਇਹ ਗੱਲ ਉਹਨੂੰ ਚੁੱਭ ਗਈ। ਮੈਂ ਤਾਂ ਹੁਣ ਕਿਸੇ ਗਿਣਤੀ 'ਚ ਨਹੀਂ ਹਾਂ, ਮੈਨੂੰ ਕਿਸੇ ਵੀ ਗੱਲ 'ਚ ਬੋਲਣ ਦਾ ਅਧਿਕਾਰ ਨਹੀਂ। ਮਾਲਕ ਤੂੰ, ਮਾਲਕਨ ਤੇਰੀ ਔਰਤ। ਮੈਂ ਤਾਂ ਸਿਰਫ ਤੇਰੀਆਂ ਰੋਟੀਆਂ ਤੇ ਟਿਕੀ ਹੋਈ ਬਦਕਿਸਮਤ ਵਿਧਵਾ ਹਾਂ। ਮੇਰੀ ਕੌਣ ਸੁਣੇਗਾ ਤੇ ਕੌਣ ਪਰਵਾਹ ਕਰੇਗਾ? ਪਰ ਬਿਨਾਂ ਬੋਲਿਆਂ ਰਿਹਾ ਨਹੀਂ ਜਾਂਦਾ। ਮਨਸਾ ਉਦੋਂ ਹੀ ਠੀਕ ਹੋਵੇਗਾ ਜਦੋਂ ਘਰ ਆਊਗਾ, ਜਾਂ ਤੇਰਾ ਮਨ ਸਾਫ਼ ਹੋ ਜਾਵੇਗਾ, ਜਿਹੋ ਜਿਹਾ ਪਹਿਲਾਂ ਸੀ। ਇਹਨਾਂ ਕਹਿ ਕੇ ਰੁਕਮਣੀ ਉੱਥੋਂ ਚਲੀ ਗਈ। ਉਹਦੀਆਂ ਕਮਜ਼ੋਰ ਪਰ ਅਨੁਭਵ ਭਰਪੂਰ ਨਜ਼ਰਾਂ ਸਾਹਮਣੇ ਜੋ ਕੁਝ ਹੋ ਰਿਹਾ ਸੀ ਉਹਦਾ ਰਹੱਸ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਤੇ ਉਹਦਾ ਸਾਰਾ ਗੁੱਸਾ ਬੇਕਸੂਰ ਨਿਰਮਲਾ ਤੇ ਨਿਕਲਦਾ ਸੀ। ਇਸ ਵਕਤ ਵੀ ਰੁਕਮਣੀ ਕਹਿੰਦਿਆਂ ਕਹਿੰਦਿਆਂ ਰੁਕ ਗਈ ਕਿ ਜਦ ਤੱਕ ਇਹ ਦੇਵੀ ਇਸ ਘਰ ਵਿੱਚ ਰਹੇਗੀ, ਇਸ ਘਰ ਦੀ ਹਾਲਤ ਵਿਗੜਦੀ ਹੀ ਜਾਵੇਗੀ। ਸਿੱਧੇ ਰੂਪ 'ਚ ਨਾ ਕਹਿਣ ਤੇ ਵੀ ਉਹਦਾ ਮਤਲਬ ਮੁਨਸ਼ੀ ਜੀ ਕੋਲੋਂ ਲੁਕਿਆ ਨਾ ਰਿਹਾ। ਉਹਦੇ ਚਲੇ ਜਾਣ ਤੇ ਮੁਨਸ਼ੀ ਜੀ ਨੇ ਸਿਰ ਝੁਕਾ ਲਿਆ ਤੇ ਸੋਚਣ ਲੱਗ ਪਏ। ਇੱਕ ਵਕਤ ਉਹਨਾਂ ਨੂੰ ਆਪਣੇ ਉੱਪਰ ਇੰਨਾ ਗੁੱਸਾ ਆ ਰਿਹਾ ਸੀ ਕਿ ਕੰਧ ਨਾਲ ਸਿਰ ਮਾਰ-ਮਾਰ ਕੇ ਮਰ ਜਾਣ। ਉਹਨਾਂ ਨੇ ਵਿਆਹ ਹੀ ਕਿਉਂ ਕਰਵਾਇਆ? ਵਿਆਹ ਕਰਾਉਣ ਦੀ ਕੀ ਜ਼ਰੂਰਤ ਸੀ? ਪਰਮਾਤਮਾ ਨੇ ਉਹਨਾਂ ਨੂੰ ਇੱਕ ਨਹੀਂ 3-3 ਪੁੱਤਰ ਦਿੱਤੇ ਸਨ। ਉਹਨਾਂ ਦੀ ਉਮਰ ਵੀ 50 ਦੇ ਨੇੜੇ ਤੇੜੇ ਪਹੁੰਚ ਗਈ ਸੀ। ਫਿਰ ਉਹਨਾਂ ਨੇ ਵਿਆਹ ਕਿਉਂ ਕਰਵਾਇਆ? ਕਿ ਇਸੇ ਬਹਾਨੇ ਰੱਬ ਨੂੰ ਉਹਨਾਂ ਦਾ ਸੱਤਿਆਨਾਸ਼ ਕਰਨਾ ਮਨਜ਼ੂਰ ਸੀ? ਉਹਨਾਂ ਨੇ ਸਿਰ ਉਤਾਂਹ ਚੁੱਕ ਕੇ ਇੱਕ ਵਾਰ ਨਿਰਮਲਾ ਦੀ ਸਾਹਹੀਨ ਪਰ ਅਚਲ ਮੂਰਤੀ ਵੇਖੀ ਤੇ ਹਸਪਤਾਲ ਚਲੇ ਗਏ। ਨਿਰਮਲਾ ਦੀ ਸਾਹਹੀਨ ਮੂਰਤੀ ਨੇ ਉਹਨਾਂ ਦਾ ਮਨ ਸ਼ਾਂਤ ਕਰ ਦਿੱਤਾ ਸੀ। ਅੱਜ ਕਈ ਦਿਨਾਂ ਬਾਅਦ ਉਹਨਾਂ ਨੂੰ ਇਹ ਸ਼ਾਂਤੀ ਨਸੀਬ ਹੋਈ ਸੀ ਕਿ ਪ੍ਰੇਮ ਪੀੜਤ ਮਨ ਇਸ ਹਾਲਤ 'ਚ ਸ਼ਾਂਤ ਤੇ ਸਥਿਰ ਰਹਿ ਸਕਦਾ ਹੈ। ਨਹੀਂ, ਕਦੇ ਵੀ ਨਹੀਂ। ਦਿਲ ਦੀ ਸੱਟ ਚਲਾਕੀ ਦੇ ਭਾਵ ਨਾਲ ਲੁਕਾਈ ਨਹੀਂ ਜਾ ਸਕਦੀ। ਆਪਣੇ ਮਨ ਦੀ ਕਮਜ਼ੋਰੀ ਤੇ ਇਸ ਵਕਤ ਉਹਨਾਂ ਨੂੰ ਅਤਿਅੰਤ ਗੁੱਸਾ ਆਇਆ। ਉਹਨਾਂ ਨੇ ਬਿਨਾਂ ਕਿਸੇ ਕਾਰਨ ਹੀ ਸ਼ੱਕ ਨੂੰ ਮਨ 'ਚ ਜਗ੍ਹਾ ਦੇ ਕੇ ਇੰਨਾ ਵੱਡਾ ਅਨਰਥ ਕੀਤਾ। ਮਨਸਾ ਰਾਮ ਵੱਲੋਂ ਉਹਨਾਂ ਦਾ ਮਨ ਡਰ ਰਹਿਤ ਹੋ ਗਿਆ। ਹਾਂ, ਉਹਦੀ ਜਗ੍ਹਾ ਹੁਣ ਇੱਕ ਨਵਾਂ ਸ਼ੱਕ ਪੈਦਾ ਹੋ ਗਿਆ, ਕਿਤੇ ਮਨਸਾ ਰਾਮ ਜਾਣ ਤਾਂ ਨਹੀਂ ਗਿਆ? ਕੀ ਜਾਣਨ ਕਰਕੇ ਹੀ ਉਹ ਘਰ ਆਉਣ ਤੋਂ ਇਨਕਾਰ ਤਾਂ ਨਹੀਂ ਕਰ ਰਿਹਾ? ਜੇਕਰ ਉਹ ਜਾਣ ਗਿਆ ਹੈ ਤਾਂ ਬਹੁਤ ਵੱਡਾ ਅਨਰਥ ਹੋ ਜਾਵੇਗਾ। ਇਸ ਕਲਪਨਾ ਨਾਲ ਹੀ ਉਹਨਾਂ ਦਾ ਮਨ ਕੁਰਲਾ ਉੱਠਿਆ। ਉਹਨਾਂ ਦੇ ਸਰੀਰ ਦੀਆਂ ਸਾਰੀਆਂ ਨਾੜਾਂ ਜਿਵੇਂ ਇਸ ਹਾਹਾਕਾਰ ਦੇ ਪਾਣੀ ਪਾਉਣ ਲਈ ਵਿਆਕੁਲ ਹੋ ਉੱਠੀਆਂ ਹੋਣ। ਉਹਨਾਂ ਨੇ ਕੋਚਵਾਨ ਨੂੰ ਘੋੜਾ ਤੇਜ਼ ਚਲਾਉਣ ਲਈ ਕਿਹਾ। ਅੱਜ ਕਈ ਦਿਨਾਂ ਬਾਅਦ ਉਹਨਾਂ ਦੇ ਮਨ ਮੰਡਲ ਤੇ ਪਸਰਿਆ ਹੋਇਆ ਸੰਘਣਾ ਬੱਦਲ ਹਟਿਆ ਸੀ ਤੇ ਰੌਸ਼ਨੀ ਦੀਆਂ ਲਹਿਰਾਂ ਅੰਦਰੋਂ ਨਿਕਲਣ ਲਈ ਬੇਚੈਨ ਹੋ ਰਹੀਆਂ ਸਨ। ਉਹਨਾਂ ਨੇ ਸਿਰ ਬਾਹਰ ਕੱਢ ਕੇ ਵੇਖਿਆ, ਕੋਚਵਾਨ ਕਿਤੇ ਸੌਂ ਤਾਂ ਨਹੀਂ ਗਿਆ। ਘੋੜੇ ਦੀ ਚਾਲ ਉਹਨਾਂ ਨੂੰ ਪਹਿਲਾਂ ਕਦੇ ਇੰਨੀ ਹੌਲੀ ਮਹਿਸੂਸ ਨਹੀਂ ਸੀ ਹੋਈ। ਹਸਪਤਾਲ ਪਹੁੰਚ ਕੇ ਉਹ ਮਨਸਾ ਰਾਮ ਕੋਲ ਗਏ। ਦੇਖਿਆ ਤਾਂ ਡਾਕਟਰ ਸਾਹਿਬ ਉਹਦੇ ਸਾਹਮਣੇ ਚਿੰਤਾ 'ਚ ਡੁੱਬੇ ਖਲੋਤੇ ਸਨ। ਮੁਨਸ਼ੀ ਜੀ ਦੇ ਹੱਥ ਪੈਰ ਫੁੱਲ ਗਏ।
ਮੂੰਹ 'ਚੋਂ ਸ਼ਬਦ ਨਾ ਨਿਕਲ ਸਕਿਆ। ਲੜਖੜਾਉਂਦੀ ਹੋਈ ਆਵਾਜ਼ 'ਚ ਬੜੀ ਮੁਸ਼ਕਿਲ ਨਾਲ ਬੋਲੇ, ਕੀ ਹਾਲ ਹੈ ਡਾਕਟਰ ਸਾਹਿਬ? ਇੰਨਾ ਕਹਿੰਦਿਆਂ ਹੀ ਉਹ ਰੋ ਪਏ ਤੇ ਜਦ ਡਾਕਟਰ ਸਾਹਿਬ ਨੂੰ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦੇਣ 'ਚ ਇੱਕ ਪਲ ਦੀ ਦੇਰ ਹੋ ਗਈ ਤਾਂ ਉਹਨਾਂ ਦੀ ਜਾਨ ਨਿਕਲ ਗਈ। ਉਹਨਾਂ ਨੇ ਪਲੰਗ ਤੇ ਬੈਠ ਕੇ ਅਚੇਤ ਮਨਸਾ ਰਾਮ ਨੂੰ ਗੋਦ 'ਚ ਚੁੱਕ ਲਿਆ ਤੇ ਬੱਚਿਆਂ ਦੀ ਤਰ੍ਹਾਂ ਸਿਸਕ ਕੇ ਰੋਣ ਲੱਗ ਪਏ। ਮਨਸਾ ਰਾਮ ਦਾ ਸਰੀਰ ਤਵੇ ਦੀ ਤਰ੍ਹਾਂ ਤਪ ਰਿਹਾ ਸੀ। ਮਨਸਾ ਰਾਮ ਨੇ ਇੱਕ ਵਾਰ ਅੱਖਾਂ ਖੋਲ੍ਹੀਆਂ। ਉਫ, ਕਿੰਨੀ ਡਰਾਉਣੀ ਤੇ ਤਰਸਯੋਗ ਤੱਕਣੀ ਸੀ। ਮੁਨਸ਼ੀ ਜੀ ਨੇ ਮਨਸਾ ਰਾਮ ਨੂੰ ਗੱਲ ਨਾਲ ਲਾਉਂਦਿਆਂ ਪੁੱਛਿਆ, ਕੀ ਹਾਲ ਹੈ ਪੁੱਤ, ਤੂੰ ਚੁੱਪ ਕਿਉਂ ਏ? ਡਾਕਟਰ ਨੇ ਸ਼ੱਕ ਭਰੀ ਆਵਾਜ਼ 'ਚ ਕਿਹਾ, ਹਾਲ ਜੋ ਕੁਝ ਹੈ ਉਹ ਤੁਸੀਂ ਵੇਖ ਹੀ ਰਹੇ ਹੋ। 106 ਡਿਗਰੀ ਬੁਖਾਰ ਹੈ, ਹੋਰ ਮੈਂ ਕੀ ਦੱਸਾਂ? ਬੁਖਾਰ ਦਾ ਪ੍ਰਕੋਪ ਵੱਧਦਾ ਹੀ ਜਾਂਦਾ ਹੈ। ਮੇਰੇ ਕੋਲੋਂ ਜੋ ਕੁਝ ਹੋ ਸਕਦਾ ਹੈ ਕਰ ਰਿਹਾ ਹਾਂ। ਰੱਬ ਹੀ ਰਾਖਾ ਹੈ, ਜਦੋਂ ਦੇ ਤੁਸੀਂ ਗਏ ਹੋ ਮੈਂ 1 ਮਿੰਟ ਲਈ ਵੀ ਇੱਥੋਂ ਨਹੀਂ ਹਿੱਲਿਆ, ਰੋਟੀ ਤੱਕ ਨਹੀਂ ਖਾ ਸਕਿਆ। ਹਾਲਤ ਨਾਜ਼ੁਕ ਹੈ, 1 ਮਿੰਟ 'ਚ ਪਤਾ ਨਹੀਂ ਕੀ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਇਹ ਭਿਅੰਕਰ ਬੁਖਾਰ ਹੈ। ਥੋੜੀ ਦੇਰ ਬਾਅਦ ਡਿਲੀਰੀਅਮ ਦਾ ਦੌਰਾ ਪੈ ਜਾਂਦਾ ਹੈ। ਕੀ ਘਰ 'ਚੋਂ ਕਿਸੇ ਨੇ ਇਹਨੂੰ ਕੁਝ ਕਿਹਾ ਹੈ? ਬਾਰ-ਬਾਰ ਮਾਂ ਜੀ ਤੁਸੀਂ ਕਿੱਥੇ ਹੋ, ਇਹੋ ਆਵਾਜ਼ ਮੂੰਹੋਂ ਨਿਕਲਦੀ ਹੈ। ਡਾਕਟਰ ਸਾਹਿਬ ਇਹ ਕਹਿ ਹੀ ਰਹੇ ਸੀ ਕਿ ਅਚਾਨਕ ਮਨਸਾ ਰਾਮ ਉੱਠ ਕੇ ਬੈਠ ਗਿਆ ਤੇ ਧੱਕਾ ਦੇ ਕੇ ਮੁਨਸ਼ੀ ਜੀ ਨੂੰ ਮੰਜੀ ਤੋਂ ਥੱਲੇ ਉਤਾਰ ਕੇ ਪਾਗਲਾਂ ਵਰਗੀ ਆਵਾਜ਼ 'ਚ ਬੋਲਿਆ, ਕਿਉਂ ਡਰਾਉਂਦੇ ਹੋ ਤੁਸੀਂ? ਮਾਰ ਦਿਓ, ਹੁਣੇ ਮਾਰ ਦਿਓ। ਜੇ ਤਲਵਾਰ ਨਹੀਂ ਹੈਗੀ, ਰੱਸੀ ਦਾ ਫੰਦਾ ਤਾਂ ਹੈ ਕਿ ਉਹ ਵੀ ਨਹੀਂ ਹੈਗਾ। ਹਾਏ ਮਾਂ ਜੀ ਤੁਸੀਂ ਕਿੱਥੇ ਹੋ? ਇਹ ਕਹਿੰਦਿਆਂ ਉਹ ਫਿਰ ਅਚੇਤ ਹੋ ਕੇ ਡਿੱਗ ਪਿਆ। ਮੁਨਸ਼ੀ ਜੀ ਕੁਝ ਪਲ ਮਨਸਾ ਰਾਮ ਦੇ ਮੰਦ ਪੈ ਚੁੱਕੇ ਸਰੀਰ ਵੱਲ ਉਦਾਸ ਨਜ਼ਰਾਂ ਨਾਲ ਤੱਕਦੇ ਰਹੇ। ਫਿਰ ਅਚਾਨਕ ਉਹਨਾਂ ਨੇ ਡਾਕਟਰ ਸਾਹਿਬ ਦਾ ਹੱਥ ਫੜ ਲਿਆ ਤੇ ਅਤਿਅੰਤ ਤਰਸਯੋਗ ਹਾਲਤ 'ਚ ਬੇਨਤੀ ਕਰਨ ਲੱਗੇ, ਡਾਕਟਰ ਸਾਹਿਬ ਇਸ ਮੁੰਡੇ ਨੂੰ ਬਚਾ ਲਓ। ਤੁਸੀਂ ਜੋ ਵੀ ਕਹੋਗੇ ਮੈਂ ਹਾਜ਼ਰ ਕਰਾਂਗਾ। ਤੁਸੀਂ ਇਹਨੂੰ ਬਚਾ ਲਓ। ਤੁਸੀਂ ਵੱਡੇ ਤੋਂ ਵੱਡੇ ਡਾਕਟਰਾਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਓ। ਮੈਂ ਸਾਰਾ ਖਰਚਾ ਕਰਾਂਗਾ। ਇਹਦੀ ਇਹ ਹਾਲਤ ਹੁਣ ਵੇਖੀ ਨਹੀਂ ਜਾਂਦੀ। ਹਾਏ ਮੇਰਾ ਹੋਣਹਾਰ ਬੇਟਾ। ਡਾਕਟਰ ਨੇ ਦੁੱਖ ਭਰੀ ਆਵਾਜ਼ 'ਚ ਕਿਹਾ, ਵਕੀਲ ਸਾਹਿਬ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਕਿ ਮੇਰੇ ਵੱਲੋਂ ਕੋਈ ਕਸਰ ਬਾਕੀ ਨਹੀਂ। ਹੁਣ ਤੁਸੀਂ ਦੂਸਰੇ ਡਾਕਟਰਾਂ ਦੀ ਸਲਾਹ ਲੈਣ ਲਈ ਕਹਿ ਰਹੇ ਹੋ। ਮੈਂ ਹੁਣੇ ਡਾਕਟਰ ਲਾਇਰੀ, ਡਾਕਟਰ ਮਥੁਰਾ ਤੇ ਡਾਕਟਰ ਭਾਟੀਆ ਨੂੰ ਬੁਲਾਉਂਦਾ ਹਾਂ। ਵਿਨਾਇਕ ਸ਼ਾਸਤਰੀ ਨੂੰ ਵੀ ਬੁਲਾ ਲੈਂਦਾ ਹਾਂ, ਪਰ ਮੈਂ ਤੁਹਾਨੂੰ ਝੂਠੀ ਤਸੱਲੀ ਨਹੀਂ ਦੇਣੀ ਚਾਹੁੰਦਾ। ਹਾਲਤ ਗੰਭੀਰ ਹੈ। ਮੁਨਸ਼ੀ ਜੀ ਨੇ ਰੋਂਦੇ ਹੋਏ ਕਿਹਾ, ਨਹੀਂ ਡਾਕਟਰ ਸਾਹਿਬ ਇਹ ਸ਼ਬਦ ਨਾ ਮੂੰਹ ਕੱਢੋ। ਹਾਲਤ ਇਹਦੇ ਦੁਸ਼ਮਣਾਂ ਦੀ ਗੰਭੀਰ ਹੋਵੇ, ਰੱਬ ਮੇਰੇ ਤੇ ਇੰਨਾ ਕਹਿਰ ਨਹੀਂ ਢਾਵੇਗਾ। ਤੁਸੀਂ ਕਲਕੱਤਾ ਤੇ ਬੰਬਈ ਦੇ ਡਾਕਟਰਾਂ ਨੂੰ ਤਾਰ ਦੇ ਦਿਓ। ਮੈਂ ਸਾਰੀ ਜ਼ਿੰਦਗੀ ਤੁਹਾਡੀ ਗੁਲਾਮੀ ਕਰਾਂਗਾ। ਇਹੋ ਹੀ ਮੇਰੇ ਖਾਨਦਾਨ ਦਾ ਚਿਰਾਗ ਹੈ। ਇਹ ਮੇਰੇ ਜੀਵਨ ਦਾ ਆਧਾਰ ਹੈ। ਮੇਰਾ ਦਿਲ ਟੁੱਟਦਾ ਜਾ ਰਿਹਾ ਹੈ। ਕੋਈ ਅਜਿਹੀ ਦਵਾਈ ਦਿਓ ਜਿਹਦੇ ਨਾਲ ਇਹਨੂੰ ਹੋਸ਼ ਆ ਜਾਵੇ। ਮੈਂ ਜਰਾ ਆਪਣੇ ਕੰਨਾਂ ਨਾਲ ਉਹਦੀ ਆਵਾਜ਼ ਸੁਣ ਸਕਾਂ, ਸਮਝ ਸਕਾਂ ਕਿ ਇਹਨੂੰ ਕਿਹੜਾ ਦੁੱਖ ਹੈ। ਹਾਏ ਮੇਰਾ ਬੱਚਾ। ਡਾਕਟਰ ਤੁਸੀਂ ਜਰਾ ਆਪਣੇ ਦਿਲ ਨੂੰ ਹੌਸਲਾ ਦਿਓ। ਤੁਸੀਂ ਬਜ਼ੁਰਗ ਆਦਮੀ ਹੋ। ਇਸ ਤਰ੍ਹਾਂ ਹਾਏ ਕਰਨ ਤੇ ਡਾਕਟਰਾਂ ਦੀ ਫੌਜ ਇਕੱਠੀ ਕਰਨ ਨਾਲ ਕੋਈ ਨਤੀਜਾ ਨਹੀਂ ਨਿਕਲਣਾ। ਸ਼ਾਂਤ ਹੋ ਕੇ ਬੈਠੋ। ਮੈਂ ਸ਼ਹਿਰ ਦੇ ਡਾਕਟਰਾਂ ਨੂੰ ਬੁਲਾ ਰਿਹਾ ਹਾਂ, ਵੇਖੋ ਕੀ ਕਹਿੰਦੇ ਹਨ। ਤੁਸੀਂ ਤਾਂ ਖੁਦ ਬੇਸੁੱਧ ਹੁੰਦੇ ਜਾ ਰਹੇ ਹੋ। ਮੁਨਸ਼ੀ ਜੀ, ਚੰਗਾ ਡਾਕਟਰ ਸਾਹਿਬ, ਹੁਣ ਨਹੀਂ ਮੈਂ ਬੋਲਾਂਗਾ, ਜ਼ੁਬਾਨ ਤੱਕ ਨਹੀਂ ਖੋਲਾਂਗਾ। ਤੁਸੀਂ ਜੋ ਚਾਹੋ ਕਰੋ। ਬੱਚਤ ਹੁਣ ਤੁਹਾਡੇ ਹੱਥਾਂ 'ਚ ਹੈ। ਤੁਸੀਂ ਹੀ ਉਹਦੀ ਰੱਖਿਆ ਕਰ ਸਕਦੇ ਹੋ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਇਹਨੂੰ ਹੋਸ਼ ਆਵੇ, ਮੈਨੂੰ ਪਛਾਣ ਲਵੇ, ਮੇਰੀਆਂ ਗੱਲਾਂ ਸਮਝਣ ਲੱਗ ਜਾਵੇ। ਕੀ ਕੋਈ ਅਜਿਹੀ ਸੰਜੀਵਨੀ ਬੂਟੀ ਨਹੀਂ ਹੈਗੀ? ਮੈਂ ਇਹਦੇ ਨਾਲ 2-4 ਗੱਲਾਂ ਕਰ ਲੈਂਦਾ। ਇੰਨਾ ਕਹਿੰਦਿਆਂ ਮੁਨਸ਼ੀ ਜੀ ਅਵੇਗ 'ਚ ਆ ਕੇ ਮਨਸਾ ਰਾਮ ਨੂੰ ਕਹਿਣ ਲੱਗੇ, ਪੁੱਤ ਜਰਾ ਅੱਖਾਂ ਖੋਲ, ਹੁਣ ਤਬੀਅਤ ਕਿਸ ਤਰ੍ਹਾਂ ਹੈ? ਮੈਂ ਤੇਰੇ ਕੋਲ ਬੈਠਾ ਰੋ ਰਿਹਾ ਹਾਂ। ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ। ਮੇਰਾ ਦਿਲ ਤੇਰੇ ਵੱਲੋਂ ਸਾਫ਼ ਹੈ। ਡਾਕਟਰ, ਤੁਸੀਂ ਫਿਰ ਬੇਤੁਕੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਹਿਬ ਤੁਸੀਂ ਬੱਚੇ ਨਹੀਂ ਹੋ, ਬਜ਼ੁਰਗ ਆਦਮੀ ਹੋ, ਜਰਾ ਹੌਸਲੇ ਤੋਂ ਕੰਮ ਲਓ। ਮੁਨਸ਼ੀ ਜੀ, ਚੰਗਾ ਡਾਕਟਰ ਸਾਹਿਬ, ਹੁਣ ਨਹੀਂ ਬੋਲਾਂਗਾ, ਗਲਤੀ ਹੋ ਗਈ। ਤੁਸੀਂ ਜੋ ਚਾਹੋ ਕਰੋ। ਮੈਂ ਸਾਰਾ ਕੁਝ ਤੁਹਾਡੇ ਤੇ ਛੱਡ ਦਿੱਤਾ ਹੈ। ਕੋਈ ਇਸ ਤਰ੍ਹਾਂ ਦਾ ਇਲਾਜ ਨਹੀਂ ਹੈਗਾ ਜਿਹਦੇ ਨਾਲ ਮੈਂ ਇਹਨੂੰ ਸਿਰਫ ਇੰਨਾ ਸਮਝਾ ਸਕਾਂ ਕਿ ਮੇਰਾ ਦਿਲ ਸਾਫ਼ ਹੈ। ਤੁਸੀਂ ਹੀ ਦੱਸ ਦਿਓ ਡਾਕਟਰ ਸਾਹਿਬ, ਕਹਿ ਦਿਓ ਤੇਰਾ ਬਦਕਿਸਮਤ ਪਿਓ ਬੈਠਾ ਰੋ ਰਿਹਾ, ਉਹਦਾ ਦਿਲ ਤੇਰੇ ਵੱਲੋਂ ਬਿਲਕੁਲ ਸਾਫ਼ ਹੈ। ਉਹਨੂੰ ਧੋਖਾ ਹੋਇਆ ਸੀ, ਉਹ ਦੂਰ ਹੋ ਗਿਆ। ਬਸ ਇੰਨਾ ਹੀ ਕਹਿ ਦਿਓ। ਮੈਂ ਹੋਰ ਕੁਝ ਨਹੀਂ ਚਾਹੁੰਦਾ। ਮੈਂ ਚੁੱਪਚਾਪ ਬੈਠਾ ਹਾਂ, ਜ਼ੁਬਾਨ ਤੱਕ ਨਹੀਂ ਖੋਲਾਂਗਾ, ਪਰ ਤੁਸੀਂ ਇੰਨਾ ਜ਼ਰੂਰ ਕਹਿ ਦਿਓ। ਡਾਕਟਰ, ਬਾਬੂ ਸਾਹਿਬ ਰੱਬ ਕਰਕੇ ਥੋੜਾ ਹੌਸਲਾ ਕਰੋ, ਨਹੀਂ ਤਾਂ ਮੈਨੂੰ ਮਜਬੂਰ ਹੋ ਕੇ ਤੁਹਾਨੂੰ ਕਹਿਣਾ ਪਵੇਗਾ ਕਿ ਘਰ ਜਾਓ। ਮੈਂ ਜਰਾ ਦਫ਼ਤਰ ਜਾ ਕੇ ਡਾਕਟਰਾਂ ਨੂੰ ਖੱਤ ਲਿਖ ਰਿਹਾ ਹਾਂ। ਤੁਸੀਂ ਚੁੱਪਚਾਪ ਬੈਠੇ ਰਹੋ। ਖੁੰਖਾਰ ਡਾਕਟਰ, ਜਵਾਨ ਬੇਟੀ ਦੀ ਹਾਲਤ ਵੇਖ ਕੇ ਕਿਹੜਾ ਪਿਓ ਹੈ ਜਿਹੜਾ ਹੌਸਲੇ ਤੋਂ ਕੰਮ ਲਵੇਗਾ? ਮੁਨਸ਼ੀ ਜੀ ਬਹੁਤ ਗੰਭੀਰ ਸੁਭਾਅ ਦੇ ਮਨੁੱਖ ਸਨ। ਇਹ ਵੀ ਜਾਣਦੇ ਸਨ ਕਿ ਇਸ ਵਕਤ ਹਾਏ ਮਚਾਉਣ ਨਾਲ ਕੋਈ ਨਤੀਜਾ ਨਹੀਂ ਨਿਕਲਣਾ। ਫਿਰ ਵੀ ਇਸ ਵਕਤ ਸ਼ਾਂਤ ਬੈਠੇ ਰਹਿਣਾ ਉਹਨਾਂ ਲਈ ਅਸੰਭਵ ਸੀ। ਜੇਕਰ ਦੇਵ ਗਤੀ ਨਾਲ ਇਹ ਬਿਮਾਰੀ ਹੋਈ ਹੁੰਦੀ ਤਾਂ ਉਹ ਸ਼ਾਂਤ ਹੋ ਸਕਦੇ ਸਨ, ਦੂਜਿਆਂ ਨੂੰ ਸਮਝਾ ਸਕਦੇ ਸਨ,
ਖੁਦ ਡਾਕਟਰਾਂ ਨੂੰ ਬੁਲਾ ਸਕਦੇ ਸਨ, ਪਰ ਕੀ ਇਹ ਜਾਣਦਿਆਂ ਹੋਇਆਂ ਵੀ ਹੌਸਲਾ ਰੱਖ ਸਕਦੇ ਸਨ ਕਿ ਇਹ ਸਾਰੀ ਅੱਗ ਮੇਰੀ ਲਾਈ ਹੋਈ ਹੈ? ਕੋਈ ਪਿਓ ਇੰਨਾ ਕਠੋਰ ਦਿਲ ਹੋ ਸਕਦਾ ਹੈ? ਉਹਨਾਂ ਦਾ ਰੋਮ ਰੋਮ ਇਸ ਵਕਤ ਉਹਨਾਂ ਨੂੰ ਗਲਤ ਕਹਿ ਰਿਹਾ ਸੀ। ਉਹਨਾਂ ਨੇ ਸੋਚਿਆ, ਮੇਰੇ ਅੰਦਰ ਇਹ ਦੁਰਭਾਵਨਾ ਪੈਦਾ ਹੀ ਕਿਉਂ ਹੋਈ? ਮੈਂ ਕਿਉਂ ਬਿਨਾਂ ਠੋਸ ਨਤੀਜੇ ਦੇ ਅਜਿਹੀ ਭਿਅੰਕਰ ਕਲਪਨਾ ਕਰ ਬੈਠਾ? ਅੱਛਾ, ਮੈਨੂੰ ਉਸ ਹਾਲਤ 'ਚ ਕੀ ਕਰਨਾ ਚਾਹੀਦਾ ਸੀ? ਜੋ ਕੁਝ ਉਹਨਾਂ ਨੇ ਕੀਤਾ ਉਸ ਤੋਂ ਬਿਨਾਂ ਹੋਰ ਕੀ ਕਰਦੇ? ਇਸ ਦਾ ਉਹ ਫੈਸਲਾ ਨਾ ਕਰ ਸਕੇ। ਅਸਲ 'ਚ ਵਿਆਹ ਦੇ ਬੰਧਨ 'ਚ ਪੈਣਾ ਹੀ ਆਪਣੇ ਪੈਰ ਤੇ ਕੁਹਾੜੀ ਮਾਰਨਾ ਸੀ। ਹਾਂ, ਇਹੋ ਹੀ ਸਾਰੀ ਮੁਸੀਬਤ ਦੀ ਜੜ ਹੈ। ਪਰ ਮੈਂ ਇਹ ਕੋਈ ਅਨੋਖੀ ਗੱਲ ਤਾਂ ਨਹੀਂ ਕੀਤੀ। ਸਾਰੇ ਔਰਤ ਮਰਦ ਵਿਆਹ ਕਰਵਾਉਂਦੇ ਹਨ, ਉਹਨਾਂ ਦਾ ਜੀਵਨ ਆਨੰਦ ਨਾਲ ਗੁਜ਼ਰਦਾ ਹੈ, ਆਨੰਦ ਦੀ ਇੱਛਾ ਨਾਲ ਹੀ ਤਾਂ ਵਿਆਹ ਕਰਦੇ ਹਨ। ਮੁਹੱਲੇ 'ਚ ਸੈਂਕੜੇ ਆਦਮੀਆਂ ਨੇ ਦੂਸਰਾ, ਤੀਸਰਾ, ਚੌਥਾ, ਇੱਥੋਂ ਤੱਕ ਕਿ 7ਵਾਂ ਵਿਆਹ ਕਰਵਾਇਆ ਹੈ, ਤੇ ਮੇਰੇ ਤੋਂ ਵੀ ਕਿਤੇ ਵੱਡੀ ਉਮਰ 'ਚ। ਉਹ ਜਦ ਤੱਕ ਜਿਉਂਦੇ ਰਹੇ, ਆਰਾਮ ਨਾਲ ਰਹੇ। ਇੰਜ ਵੀ ਨਹੀਂ ਹੋਇਆ ਕਿ ਔਰਤਾਂ ਤੋਂ ਪਹਿਲਾਂ ਮਰ ਗਏ ਹੋਣ। ਦੁਹਾਜੂ ਤਿਹਾਜੂ ਹੋਣ ਦੇ ਬਾਵਜੂਦ ਵੀ ਕਿੰਨੇ ਹੀ ਦੁਬਾਰਾ ਰੰਡੇ ਹੋ ਗਏ। ਜੇਕਰ ਮੇਰੇ ਵਰਗੀ ਹਾਲਤ ਸਾਰਿਆਂ ਦੀ ਹੁੰਦੀ ਤਾਂ ਕੌਣ ਵਿਆਹ ਦਾ ਨਾਂ ਲੈਂਦਾ? ਮੇਰੇ ਪਿਤਾ ਜੀ ਨੇ 55 ਸਾਲ ਦੀ ਉਮਰ 'ਚ ਵਿਆਹ ਕੀਤਾ ਸੀ, ਤੇ ਮੇਰੇ ਜਨਮ ਸਮੇਂ ਉਹਨਾਂ ਦੀ ਉਮਰ 60 ਸਾਲ ਤੋਂ ਘੱਟ ਨਹੀਂ ਸੀ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਦੋਂ ਤੇ ਹੁਣ ਦੇ ਵਕਤ 'ਚ ਕੁਝ ਅੰਤਰ ਆ ਗਿਆ ਹੈ। ਪਹਿਲਾਂ ਔਰਤਾਂ ਪੜ੍ਹੀਆਂ ਲਿਖੀਆਂ ਨਹੀਂ ਸਨ ਹੁੰਦੀਆਂ। ਪਤੀ ਭਾਵੇਂ ਕਿੱਦਾਂ ਦਾ ਵੀ ਹੋਵੇ, ਉਹਨੂੰ ਭਗਵਾਨ ਸਮਝਦੀਆਂ ਸਨ। ਭਾਵੇਂ ਮਰਦ ਸਭ ਕੁਝ ਵੇਖ ਕੇ ਵੀ ਬੇਸ਼ਰਮੀ ਨਾਲ ਕੰਮ ਲੈਂਦਾ ਹੋਵੇ। ਜ਼ਰੂਰ ਇਹੀ ਗੱਲ ਹੈ, ਜਦ ਮਰਦ ਕਿਸੇ ਬੁੱਢੀ ਔਰਤ ਨਾਲ ਖੁਸ਼ ਨਹੀਂ ਰਹਿ ਸਕਦਾ ਤਾਂ ਔਰਤ ਕਿਵੇਂ ਕਿਸੇ ਬੁੱਢੇ ਮਰਦ ਨਾਲ ਖੁਸ਼ ਰਹੇਗੀ? ਪਰ ਮੈਂ ਤਾਂ ਇੰਨਾ ਬੁੱਢਾ ਨਹੀਂ ਸਾਂ। ਮੈਨੂੰ ਵੇਖ ਕੇ ਕੋਈ ਵੀ 40 ਤੋਂ ਜ਼ਿਆਦਾ ਨਹੀਂ ਕਹਿ ਸਕਦਾ। ਕੁਝ ਵੀ ਹੋਵੇ, ਜਵਾਨੀ ਢਲ ਜਾਣ ਤੇ ਜਵਾਨ ਔਰਤ ਨਾਲ ਵਿਆਹ ਕਰਾਉਣ ਤੇ ਥੋੜ੍ਹੀ ਬਹੁਤ ਬੇਸ਼ਰਮੀ ਜ਼ਰੂਰ ਹੰਢਾਉਣੀ ਪੈਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰਤ ਦਾ ਸੁਭਾਅ ਹੀ ਸ਼ਰਮੀਲਾ ਹੁੰਦਾ ਹੈ। ਬਦ ਚੱਲਣਾ ਦੀ ਗੱਲ ਹੋਰ ਹੈ, ਪਰ ਜ਼ਿਆਦਾਤਰ ਔਰਤਾਂ ਮਰਦ ਨਾਲੋਂ ਕਿਤੇ ਜ਼ਿਆਦਾ ਪਰਹੇਜ਼ਗਾਰ ਹੁੰਦੀਆਂ ਹਨ। ਹਾਨ ਦਾ ਪਤੀ ਪ੍ਰਾਪਤ ਕਰਕੇ ਉਹ ਭਾਵੇਂ ਦੂਜੇ ਮਰਦ ਨਾਲ ਹਾਸਾ ਮਜ਼ਾਕ ਕਰ ਲੈਣ, ਪਰ ਉਹਨਾਂ ਦਾ ਮਨ ਪਵਿੱਤਰ ਹੁੰਦਾ ਹੈ। ਬੇਜੋੜ ਵਿਆਹ ਹੋ ਜਾਣ ਨਾਲ ਉਹ ਭਾਵੇਂ ਕਿਸੇ ਮਰਦ ਵੱਲ ਅੱਖਾਂ ਚੁੱਕ ਕੇ ਵੀ ਨਾ ਵੇਖੇ, ਪਰ ਉਹਨਾਂ ਦਾ ਮਨ ਹਮੇਸ਼ਾ ਦੁਖੀ ਰਹਿੰਦਾ ਹੈ। ਉਹ ਪੱਕੀ ਕੰਧ ਹੈ, ਉਹਦੇ ਤੇ ਤੇਜ਼ੀ ਦਾ ਅਸਰ ਨਹੀਂ ਹੁੰਦਾ। ਇਹ ਕੱਚੀ ਕੰਧ ਹੈ ਤੇ ਉਸ ਵਕਤ ਤੱਕ ਖੜੀ ਰਹਿੰਦੀ ਹੈ ਜਦ ਤੱਕ ਇਹ ਤੇਜ਼ੀ ਨਾਲ ਢਾਈ ਨਾ ਜਾਵੇ। ਇਹਨਾਂ ਵਿਚਾਰਾਂ 'ਚ ਗੁਆਚਿਆ ਹੀ ਮੁਨਸ਼ੀ ਜੀ ਦੀ ਅੱਖ ਲੱਗ ਗਈ। ਮਨ ਦੇ ਭਾਵਾਂ ਨੇ ਜਲਦੀ ਹੀ ਸੁਪਨੇ ਦਾ ਰੂਪ ਧਾਰਨ ਕਰ ਲਿਆ। ਕੀ ਵੇਖਦੇ ਹਨ ਕਿ ਉਹਨਾਂ ਦੀ ਪਹਿਲੀ ਪਤਨੀ ਮਨਸਾ ਰਾਮ ਦੇ ਸਾਹਮਣੇ ਖੜੀ ਹੋ ਕੇ ਕਹਿ ਰਹੀ ਹੈ, ਸਵਾਮੀ, ਤੁਸੀਂ ਇਹ ਕੀ ਕੀਤਾ? ਜਿਸ ਬੱਚੇ ਨੂੰ ਮੈਂ ਆਪਣਾ ਖੂਨ ਪਿਆ ਪਿਆ ਕੇ ਪਾਲਿਆ, ਉਸ ਨੂੰ ਤੁਸੀਂ ਇੰਨੀ ਬੇਰੁਖੀ ਨਾਲ ਮਾਰ ਸੁੱਟਿਆ। ਅਜਿਹੇ ਹੋਣਹਾਰ ਬੱਚੇ ਤੇ ਤੁਸੀਂ ਇੰਨਾ ਸ਼ਰਮਨਾਕ ਕਲੰਕ ਲਾਇਆ। ਹੁਣ ਬੈਠੇ ਕਿਉਂ ਪਛਤਾ ਰਹੇ ਹੋ? ਤੁਸੀਂ ਉਹਦੇ ਤੋਂ ਹੱਥ ਧੋ ਬੈਠੇ ਹੋ। ਮੈਂ ਤੁਹਾਡੇ ਨਿਰਦਈ ਹੱਥਾਂ 'ਚੋਂ ਖੋ ਕੇ ਉਹਨੂੰ ਆਪਣੇ ਨਾਲ ਲੈ ਜਾ ਰਹੀ ਹਾਂ। ਤੁਸੀਂ ਤਾਂ ਇੰਨੇ ਸ਼ੱਕੀ ਕਦੀ ਵੀ ਨਹੀਂ ਸੀ ਹੋਏ ਕਿ ਵਿਆਹ ਕਰਦੇ ਵਕਤ ਸ਼ੱਕ ਨੂੰ ਵੀ ਪੱਲੇ ਨਾਲ ਬੰਨ੍ਹ ਲਿਆਏ। ਇਸ ਕੋਮਲ ਦਿਲ ਤੇ ਇੰਨੀ ਵੱਡੀ ਸੱਟ, ਇੰਨਾ ਅਪਮਾਨਜਨਕ ਕਲੰਕ, ਇੰਨਾ ਵੱਡਾ ਅਪਮਾਨ ਸਹਿ ਕੇ ਜਿਉਣ ਵਾਲਾ ਕੋਈ ਬੇਸ਼ਰਮ ਹੀ ਹੋਵੇਗਾ। ਮੇਰਾ ਪੁੱਤ ਨਹੀਂ ਸਹਿ ਸਕੇਗਾ। ਇੰਨਾ ਕਹਿੰਦਿਆਂ ਉਹਨੇ ਬੱਚੇ ਨੂੰ ਗੋਦ 'ਚ ਚੁੱਕ ਲਿਆ ਤੇ ਤੁਰ ਪਈ। ਮੁਨਸ਼ੀ ਜੀ ਨੇ ਰੋਂਦਿਆਂ ਹੋਇਆਂ ਉਹਦੀ ਗੋਦ 'ਚੋਂ ਮਨਸਾ ਰਾਮ ਨੂੰ ਖੋਹਣ ਲਈ ਹੱਥ ਵਧਾਏ ਤਾਂ ਅੱਖਾਂ ਖੁੱਲ੍ਹ ਗਈਆਂ, ਤੇ ਡਾਕਟਰ ਲਾਇਰੀ, ਡਾਕਟਰ ਭਾਟੀਆ ਆਦਿ ਅੱਧੀ ਦਰਜਨ ਦੇ ਕਰੀਬ ਡਾਕਟਰ ਉਹਨਾਂ ਨੂੰ ਸਾਹਮਣੇ ਖਲੋਤੇ ਦਿਖਾਈ ਦਿੱਤੇ। ਅੰਕ 12। 3 ਦਿਨ ਗੁਜ਼ਰ ਗਏ। ਮੁਨਸ਼ੀ ਜੀ ਘਰ ਨਾ ਆਏ। ਰੁਕਮਣੀ ਦੋਵੇਂ ਵਕਤ ਹਸਪਤਾਲ ਜਾਂਦੀ ਤੇ ਮਨਸਾ ਰਾਮ ਨੂੰ ਵੇਖ ਆਉਂਦੀ ਸੀ। ਦੋਵੇਂ ਮੁੰਡੇ ਵੀ ਜਾਂਦੇ, ਪਰ ਨਿਰਮਲਾ ਕਿਸ ਤਰ੍ਹਾਂ ਜਾਂਦੀ? ਉਸ ਦੇ ਪੈਰਾਂ 'ਚ ਤਾਂ ਬੇੜੀਆਂ ਪਾਈਆਂ ਹੋਈਆਂ ਸਨ। ਉਹ ਮਨਸਾ ਰਾਮ ਦੀ ਬਿਮਾਰੀ ਦਾ ਹਾਲ ਚਾਲ ਜਾਣਨ ਲਈ ਪਰੇਸ਼ਾਨ ਰਹਿੰਦੀ ਸੀ। ਜੇਕਰ ਰੁਕਮਣੀ ਕੋਲੋਂ ਕੁਝ ਪੁੱਛਦੀ ਤਾਂ ਤਾਨੇ ਮਿਲਦੇ ਸਨ, ਜੇ ਮੁੰਡਿਆਂ ਨੂੰ ਪੁੱਛਦੀ ਤਾਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਨ ਲੱਗਦੇ ਸਨ। ਇੱਕ ਵਾਰ ਖੁਦ ਜਾ ਕੇ ਵੇਖਣ ਲਈ ਉਹਦਾ ਮਨ ਵਿਆਕੁਲ ਹੋ ਰਿਹਾ ਸੀ। ਉਹਨੂੰ ਇਹ ਡਰ ਸੀ ਕਿ ਸ਼ੱਕ ਨੇ ਕਿਤੇ ਮੁਨਸ਼ੀ ਜੀ ਦੇ ਪੁੱਤਰ ਪ੍ਰੇਮ ਨੂੰ ਘੱਟ ਨਾ ਕਰ ਦਿੱਤਾ ਹੋਵੇ। ਕਿਤੇ ਉਹਨਾਂ ਦੀ ਕਮਜ਼ੋਰੀ ਮਨਸਾ ਰਾਮ ਦੇ ਠੀਕ ਹੋਣ 'ਚ ਰੁਕਾਵਟ ਤਾਂ ਨਹੀਂ ਬਣ ਰਹੀ। ਡਾਕਟਰ ਕਿਸੇ ਦੇ ਸਕੇ ਨਹੀਂ ਹੁੰਦੇ, ਉਹਨਾਂ ਨੂੰ ਤਾਂ ਪੈਸਿਆਂ ਨਾਲ ਪਿਆਰ ਹੁੰਦਾ ਹੈ। ਮਰੀਜ਼ ਨਰਕ 'ਚ ਜਾਵੇ ਜਾਂ ਸਵਰਗ 'ਚ। ਉਹਦੇ ਮਨ 'ਚ ਤੀਬਰ ਇੱਛਾ ਜਾਗੀ ਕਿ ਹਸਪਤਾਲ ਜਾ ਕੇ ਡਾਕਟਰ ਨੂੰ 1000 ਦੀ ਥੈਲੀ ਫੜਾ ਕੇ ਆਖੇ, ਇਹਨੂੰ ਬਚਾ ਲਓ, ਇਹ ਥੈਲੀ ਤੁਹਾਡੇ ਲਈ ਹੀ ਹੈ। ਪਰ ਉਹਦੇ ਕੋਲ ਨਾ ਤਾਂ ਇੰਨੇ ਪੈਸੇ ਹੀ ਸਨ ਤੇ ਨਾ ਹੀ ਇੰਨਾ ਹੌਸਲਾ। ਜੇਕਰ ਉੱਥੇ ਪਹੁੰਚ ਸਕਦੀ ਤਾਂ ਮਨਸਾ ਰਾਮ ਠੀਕ ਹੋ ਜਾਂਦਾ। ਉਹਦੀ ਜਿਹੋ ਜਿਹੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ, ਉਹੋ ਜਿਹੀ ਹੋ ਨਹੀਂ ਰਹੀ। ਨਹੀਂ ਤਾਂ ਕੀ 3 ਦਿਨਾਂ 'ਚ ਬੁਖਾਰ ਨਾ ਉਤਰਦਾ? ਇਹ ਸਰੀਰਕ ਨਹੀਂ, ਮਾਨਸਿਕ ਬੁਖਾਰ ਹੈ, ਤੇ ਮਨ ਦੇ ਸ਼ਾਂਤ ਹੋਣ ਨਾਲ ਹੀ ਇਹਦਾ ਪ੍ਰਕੋਪ ਸ਼ਾਂਤ ਹੋ ਸਕਦਾ ਹੈ। ਜੇਕਰ ਉੱਥੇ ਸਾਰੀ ਰਾਤ ਬੈਠੀ ਰਹਿ ਸਕਦੀ ਤੇ ਮੁਨਸ਼ੀ ਜੀ ਜਰਾ ਵੀ ਮਨ ਮੈਲਾ ਨਾ ਕਰਦੇ ਤਾਂ ਸ਼ਾਇਦ ਮਨਸਾ ਰਾਮ ਨੂੰ ਵਿਸ਼ਵਾਸ ਹੋ ਜਾਂਦਾ ਕਿ ਪਿਤਾ ਜੀ ਦਾ ਦਿਲ ਸਾਫ਼ ਹੈ, ਤੇ ਫਿਰ ਉਹਨੂੰ ਠੀਕ ਹੋਣ 'ਚ ਦੇਰ ਨਾ ਲੱਗਦੀ। ਪਰ ਇਸ ਤਰ੍ਹਾਂ ਹੋਵੇਗਾ? ਮੁਨਸ਼ੀ ਜੀ ਉਹਨੂੰ ਉੱਥੇ ਵੇਖ ਕੇ ਖੁਸ਼ ਰਹਿ ਸਕਣਗੇ ਕਿ ਹਾਲੇ ਵੀ ਉਹਨਾਂ ਦਾ ਦਿਲ ਸਾਫ਼ ਨਹੀਂ ਹੋਇਆ? ਇੱਥੋਂ ਜਾਂਦੇ ਵਕਤ ਤਾਂ ਅਜਿਹਾ ਮਹਿਸੂਸ ਹੋਇਆ ਸੀ ਜਿਵੇਂ ਉਹ ਆਪਣੀ ਗਲਤੀ ਤੇ ਪਛਤਾ ਰਹੇ ਹਨ।
ਅਜਿਹਾ ਨਾ ਹੋਵੇ ਕਿ ਉਹਨਾਂ ਦੇ ਉੱਥੇ ਜਾਂਦਿਆਂ ਹੀ ਮੁਨਸ਼ੀ ਜੀ ਦਾ ਸ਼ੱਕ ਫਿਰ ਭੜਕ ਉੱਠੇ ਤੇ ਉਹ ਪੁੱਤ ਦੀ ਜਾਨ ਲੈ ਕੇ ਹੀ ਛੱਡਣ। ਇਸ ਦੁਬਿਧਾ ਚੋਂ ਲੰਘਦਿਆਂ 3 ਦਿਨ ਗੁਜ਼ਰ ਗਏ। ਨਾ ਘਰ ਚੁੱਲ੍ਹਾ ਬਲਿਆ ਤੇ ਨਾ ਕਿਸੇ ਨੇ ਕੁਝ ਖਾਧਾ। ਮੁੰਡਿਆਂ ਲਈ ਬਾਜ਼ਾਰੋਂ ਪੂੜੀਆਂ ਆ ਜਾਂਦੀਆਂ ਸਨ। ਨਿਰਮਲਾ ਤੇ ਰੁਕਮਣੀ ਭੁੱਖੀਆਂ ਹੀ ਸੌਂ ਜਾਂਦੀਆਂ ਸਨ। ਉਹਨਾਂ ਨੂੰ ਰੋਟੀ ਦੀ ਤਲਬ ਹੀ ਨਹੀਂ ਸੀ ਹੁੰਦੀ। ਚੌਥੇ ਦਿਨ ਜੀਆ ਰਾਮ ਸਕੂਲੋਂ ਪਰਤਿਆ ਤਾਂ ਹਸਪਤਾਲ ਤੋਂ ਹੁੰਦਾ ਹੋਇਆ ਘਰ ਪਹੁੰਚਿਆ। ਨਿਰਮਲਾ ਨੇ ਪੁੱਛਿਆ, ਕਿਉਂ ਬਈ, ਹਸਪਤਾਲ ਵੀ ਗਿਆ ਸਾਂ? ਅੱਜ ਕੀ ਹਾਲ ਹੈ? ਤੇਰਾ ਭਰਾ ਉੱਠਿਆ ਜਾਂ ਨਹੀਂ? ਜੀਆ ਰਾਮ ਰੋਣੀ ਸੂਰਤ ਬਣਾ ਕੇ ਬੋਲਿਆ, ਮਾਂ ਜੀ, ਅੱਜ ਤਾਂ ਉਹ ਕੁਝ ਵੀ ਨਹੀਂ ਸਨ ਬੋਲ ਰਹੇ। ਚੁੱਪਚਾਪ ਮੰਜੀ ਤੇ ਪਏ ਜ਼ੋਰ-ਜ਼ੋਰ ਦੀ ਹੱਥ ਪੈਰ ਮਾਰ ਰਹੇ ਸਨ। ਨਿਰਮਲਾ ਦੇ ਚਿਹਰੇ ਦਾ ਰੰਗ ਉੱਡ ਗਿਆ। ਘਬਰਾ ਕੇ ਪੁੱਛਿਆ, ਉੱਥੇ ਤੇਰੇ ਪਿਤਾ ਜੀ ਨਹੀਂ ਸਨ ਹੈਗੇ? ਜੀਆ ਰਾਮ, ਉੱਥੇ ਹੀ ਸਨ, ਅੱਜ ਉਹ ਬਹੁਤ ਰੋ ਰਹੇ ਸਨ। ਨਿਰਮਲਾ ਦਾ ਦਿਲ ਧੱਕ-ਧੱਕ ਕਰਨ ਲੱਗਾ। ਪੁੱਛਿਆ, ਡਾਕਟਰ ਉੱਥੇ ਹੀ ਸੀ? ਜੀਆ ਰਾਮ, ਡਾਕਟਰ ਵੀ ਖਲੋਤੇ ਸਨ ਤੇ ਆਪਸ 'ਚ ਕੋਈ ਸਲਾਹ ਕਰ ਰਹੇ ਸਨ। ਸਭ ਤੋਂ ਵੱਡਾ ਸਿਵਲ ਸਰਜਨ ਅੰਗਰੇਜ਼ੀ 'ਚ ਕਹਿ ਰਿਹਾ ਸੀ ਕਿ ਮਰੀਜ਼ ਨੂੰ ਤਾਜ਼ਾ ਖੂਨ ਚੜਾਉਣਾ ਪੈਣਾ ਹੈ। ਇਹ ਸੁਣ ਕੇ ਪਿਤਾ ਜੀ ਨੇ ਆਖਿਆ, ਜਿੰਨਾ ਵੀ ਖੂਨ ਚਾਹੀਦਾ ਹੈ ਮੇਰੇ ਸਰੀਰ 'ਚੋਂ ਲੈ ਲਵੋ। ਸਿਵਲ ਸਰਜਨ ਨੇ ਹੱਸ ਕੇ ਕਿਹਾ, ਤੁਹਾਡੇ ਖੂਨ ਨਾਲ ਕੰਮ ਨਹੀਂ ਚੱਲਣਾ, ਕਿਸੇ ਜਵਾਨ ਆਦਮੀ ਦਾ ਖੂਨ ਚਾਹੀਦਾ ਹੈ। ਆਖਰ ਉਹਨੇ ਸਰਿੰਜ ਰਾਹੀਂ ਕੋਈ ਦਵਾਈ ਭਰਾ ਦੀ ਬਾਂਹ 'ਚ ਲਗਾ ਦਿੱਤੀ। ਘੱਟ ਤੋਂ ਘੱਟ 4 ਉਂਗਲਾਂ ਲੰਬੀ ਸੂਈ ਹੋਵੇਗੀ। ਪਰ ਭਰਾ ਚੀਕਿਆ ਤੱਕ ਨਹੀਂ। ਮੈਂ ਤਾਂ ਡਰ ਨਾਲ ਅੱਖਾਂ ਬੰਦ ਕਰ ਲਈਆਂ। ਵੱਡੇ ਵੱਡੇ ਮਹਾਨ ਸੰਕਲਪ ਜੋਸ਼ 'ਚ ਹੀ ਜਨਮ ਲੈਂਦੇ ਹਨ। ਕਿੱਥੇ ਨਿਰਮਲਾ ਡਰ ਨਾਲ ਸੁੱਕਦੀ ਜਾਂਦੀ ਸੀ, ਕਿੱਥੇ ਉਹਦੇ ਮੂੰਹ ਤੇ ਦ੍ਰਿੜ ਸੰਕਲਪ ਦੀ ਰੌਸ਼ਨੀ ਚਮਕਣ ਲੱਗ ਪਈ। ਉਹਨੇ ਆਪਣਾ ਖੂਨ ਦੇਣ ਦਾ ਫੈਸਲਾ ਕਰ ਲਿਆ। ਜੇਕਰ ਉਹਦੇ ਖੂਨ ਨਾਲ ਮਨਸਾ ਰਾਮ ਦੀ ਜਾਨ ਬਚ ਜਾਵੇ ਤਾਂ ਉਹ ਬੜੀ ਖੁਸ਼ੀ ਨਾਲ ਖੂਨ ਦੀ ਅੰਤਮ ਬੂੰਦ ਤੱਕ ਦੇ ਦੇਵੇਗੀ। ਹੁਣ ਜਿਹੜਾ ਜੋ ਮਰਜ਼ੀ ਸਮਝੇ, ਉਹ ਕੋਈ ਪਰਵਾਹ ਨਹੀਂ ਕਰੇਗੀ। ਉਹਨੇ ਜੀਆ ਰਾਮ ਨੂੰ ਕਿਹਾ, ਤੂੰ ਜਲਦੀ ਜਾ ਕੇ ਟਾਂਗਾ ਲਿਆ, ਮੈਂ ਹਸਪਤਾਲ ਜਾਵਾਂਗੀ। ਜੀਆ ਰਾਮ, ਉੱਥੇ ਤਾਂ ਇਸ ਵਕਤ ਬਹੁਤ ਆਦਮੀ ਹੋਣਗੇ, ਰਾਤ ਹੋ ਲੈਣ ਦਿਓ। ਨਿਰਮਲਾ, ਨਹੀਂ, ਤੂੰ ਹੁਣੇ ਟਾਂਗਾ ਲੈ ਕੇ ਆ। ਜੀਆ ਰਾਮ, ਬਾਬੂ ਜੀ ਗੁੱਸੇ ਨਾ ਹੋਣ। ਨਿਰਮਲਾ, ਹੋਣ ਦੇ, ਤੂੰ ਹੁਣੇ ਜਾ ਕੇ ਟਾਂਗਾ ਲੈ ਕੇ ਆ। ਜੀਆ ਰਾਮ, ਮੈਂ ਕਹਿ ਦੇਵਾਂਗਾ, ਮਾਂ ਜੀ ਨੇ ਹੀ ਟਾਂਗਾ ਮੰਗਵਾਇਆ ਸੀ। ਨਿਰਮਲਾ, ਕਹਿ ਦਈ। ਉਧਰ ਜੀਆ ਰਾਮ ਟਾਂਗਾ ਲੈਣ ਚਲਾ ਗਿਆ। ਇੱਧਰ ਇੰਨੀ ਦੇਰ 'ਚ ਨਿਰਮਲਾ ਨੇ ਸਿਰ 'ਚ ਕੰਘੀ ਕੀਤੀ, ਜੂੜਾ ਕੀਤਾ, ਕੱਪੜੇ ਬਦਲੇ, ਗਹਿਣੇ ਪਾਏ, ਪਾਨ ਖਾਧਾ ਤੇ ਦਰਵਾਜ਼ੇ 'ਚ ਖਲੋ ਕੇ ਟਾਂਗੇ ਦੀ ਉਡੀਕ ਕਰਨ ਲੱਗ ਪਈ। ਰੁਕਮਣੀ ਆਪਣੇ ਕਮਰੇ 'ਚ ਬੈਠੀ ਹੋਈ ਸੀ। ਨਿਰਮਲਾ ਨੂੰ ਤਿਆਰ ਹੋਈ ਵੇਖ ਕੇ ਕਹਿਣ ਲੱਗੀ, ਕਿੱਥੇ ਜਾ ਰਹੀ ਹੈ ਬਹੂ? ਨਿਰਮਲਾ, ਹਸਪਤਾਲ ਤੱਕ ਜਾ ਰਹੀ ਹਾਂ। ਉੱਥੇ ਜਾ ਕੇ ਕੀ ਕਰੇਂਗੀ? ਨਿਰਮਲਾ, ਕੁਝ ਨਹੀਂ ਕਰੂੰਗੀ, ਕੀ ਕਰਨ ਵਾਲਾ ਤਾਂ ਪਰਮਾਤਮਾ ਹੈ, ਵੇਖਣ ਨੂੰ ਦਿਲ ਕਰ ਰਿਹਾ ਹੈ। ਰੁਕਮਣੀ, ਮੈਂ ਕਹਿੰਦੀ ਹਾਂ ਨਾ ਜਾ। ਨਿਰਮਲਾ ਨੇ ਬੇਨਤੀ ਕਰਦਿਆਂ ਆਖਿਆ, ਹੁਣੇ ਆ ਜਾਵਾਂਗੀ। ਜੀਆ ਰਾਮ ਕਹਿ ਰਿਹਾ ਸੀ ਕਿ ਇਸ ਵਕਤ ਮਨਸਾ ਰਾਮ ਦੀ ਹਾਲਤ ਠੀਕ ਨਹੀਂ, ਦਿਲ ਨਹੀਂ ਮੰਨ ਰਿਹਾ, ਤੁਸੀਂ ਵੀ ਚੱਲੋ ਨਾ। ਰੁਕਮਣੀ, ਮੈਂ ਵੇਖ ਆਈ ਹਾਂ, ਇੰਨਾ ਸਮਝ ਲੈ ਕਿ ਹੁਣ ਓਪਰਾ ਖੂਨ ਦੇਣ ਨਾਲ ਹੀ ਜੀਵਨ ਦੀ ਉਮੀਦ ਕੀਤੀ ਜਾ ਸਕਦੀ ਹੈ। ਕੌਣ ਆਪਣਾ ਖੂਨ ਦੇਊਗਾ ਤੇ ਕਿਉਂ ਦੇਊਗਾ? ਉਹਦੀ ਵੀ ਤਾਂ ਜਾਨ ਦਾ ਡਰ ਹੈ। ਨਿਰਮਲਾ, ਇਸੇ ਲਈ ਮੈਂ ਜਾ ਰਹੀ ਹਾਂ ਕਿ ਮੇਰੇ ਖੂਨ ਨਾਲ ਕੰਮ ਨਹੀਂ ਚੱਲੇਗਾ। ਰੁਕਮਣੀ, ਚੱਲੇਗਾ ਕਿਉਂ ਨਹੀਂ? ਜਵਾਨ ਵਿਅਕਤੀ ਦੇ ਖੂਨ ਦੀ ਹੀ ਤਾਂ ਲੋੜ ਹੈ। ਪਰ ਤੇਰੇ ਖੂਨ ਨਾਲ ਮਨਸਾ ਰਾਮ ਦੀ ਜਾਨ ਬਚੇ, ਇਸ ਨਾਲੋਂ ਚੰਗਾ ਹੈ ਕਿ ਉਹਨੂੰ ਪਾਣੀ 'ਚ ਰੋੜ ਦਿੱਤਾ ਜਾਵੇ। ਟਾਂਗਾ ਆ ਗਿਆ। ਨਿਰਮਲਾ ਤੇ ਜੀਆ ਰਾਮ ਵਿੱਚ ਜਾ ਬੈਠੇ। ਟਾਂਗਾ ਤੁਰ ਪਿਆ। ਰੁਕਮਣੀ ਦਰਵਾਜ਼ੇ 'ਚ ਖਲੋਤੀ ਵੇਖ ਕੇ ਰੋਂਦੀ ਰਹੀ। ਅੱਜ ਪਹਿਲੀ ਵਾਰ ਉਹਨੂੰ ਨਿਰਮਲਾ ਤੇ ਤਰਸ ਆਇਆ। ਉਹਦਾ ਜ਼ੋਰ ਚੱਲਦਾ ਤਾਂ ਨਿਰਮਲਾ ਨੂੰ ਬੰਨ੍ਹ ਕੇ ਰੱਖਦੀ। ਦਇਆ ਤੇ ਹਮਦਰਦੀ ਦਾ ਜੋਸ਼ ਉਹਨੂੰ ਕਿੱਥੇ ਲੈ ਜਾ ਰਿਹਾ ਹੈ, ਉਹ ਇਹ ਸਿੱਧੇ ਰੂਪ 'ਚ ਵੇਖ ਰਹੀ ਸੀ। ਉਫ, ਬਦਕਿਸਮਤੀ ਦੀ ਪ੍ਰੇਰਨਾ ਹੈ, ਇਹ ਸੱਤਿਆਨਾਸ ਵੱਲ ਜਾਂਦੀ ਪਗਡੰਡੀ ਹੈ। ਨਿਰਮਲਾ ਹਸਪਤਾਲ ਪਹੁੰਚੀ ਤਾਂ ਬੱਤੀਆਂ ਜਗ ਚੁੱਕੀਆਂ ਸਨ। ਡਾਕਟਰ ਆਪਣੀ ਰਾਏ ਦੇ ਕੇ ਵਿਦਾ ਹੋ ਚੁੱਕੇ ਸਨ। ਮਨਸਾ ਰਾਮ ਦਾ ਬੁਖਾਰ ਕੁਝ ਘਟ ਗਿਆ ਸੀ। ਉਹ ਟਿਕਟਿਕੀ ਲਾ ਕੇ ਦਰਵਾਜ਼ੇ ਵੱਲ ਵੇਖ ਰਿਹਾ ਸੀ। ਉਹਦੀ ਨਜ਼ਰ ਸੁਤੰਤਰ ਆਕਾਸ਼ ਵੱਲ ਲੱਗੀ ਹੋਈ ਸੀ, ਜਿਵੇਂ ਕਿਸੇ ਦੇਵਤਾ ਦੀ ਉਡੀਕ ਕਰ ਰਿਹਾ ਹੋਵੇ। ਉਹ ਕਿੱਥੇ ਹੈ, ਕਿਹੜੀ ਦਿਸ਼ਾ 'ਚ ਹੈ, ਉਹਨੂੰ ਕੋਈ ਜਾਣਕਾਰੀ ਨਹੀਂ ਸੀ। ਅਚਾਨਕ ਨਿਰਮਲਾ ਨੂੰ ਵੇਖਦਿਆਂ ਹੀ ਉਹ ਤ੍ਰਬਕ ਕੇ ਉੱਠਿਆ। ਉਹਦੀ ਸਮਾਧੀ ਟੁੱਟ ਗਈ। ਉਹਦੀ ਗਵਾਚੀ ਹੋਈ ਚੇਤਨਾ ਪਰਤ ਆਈ। ਉਹਨੂੰ ਆਪਣੀ ਸਥਿਤੀ ਦਾ, ਆਪਣੀ ਹਾਲਤ ਦਾ ਗਿਆਨ ਹੋ ਗਿਆ, ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। ਉਹਨੇ ਅੱਖਾਂ ਪਾੜ ਕੇ ਨਿਰਮਲਾ ਵੱਲ ਵੇਖਿਆ ਤੇ ਮੂੰਹ ਪਰਾ ਕਰ ਲਿਆ। ਅਚਾਨਕ ਮੁੰਸ਼ੀ ਜੀ ਤਲਖ ਆਵਾਜ਼ 'ਚ ਬੋਲੇ, ਤੂੰ ਇੱਥੇ ਕੀ ਕਰਨ ਆਈ ਏ? ਨਿਰਮਲਾ ਕੋਲ ਕੋਈ ਸ਼ਬਦ ਨਹੀਂ ਸਨ। ਉਹ ਕੀ ਦੱਸੇ ਕਿ ਕੀ ਕਰਨ ਆਈ ਏ? ਕੀ ਇਸ ਸਿੱਧੇ ਸਾਦੇ ਪ੍ਰਸ਼ਨ ਦਾ ਵੀ ਉਹ ਕੋਈ ਜਵਾਬ ਦੇ ਸਕਦੀ ਹੈ? ਉਹ ਕੀ ਕਰਨ ਆਈ ਸੀ? ਇੰਨਾ ਜਟਲ ਪ੍ਰਸ਼ਨ ਕਿਹਦੇ ਸਾਹਮਣੇ ਆਇਆ ਹੋਵੇਗਾ? ਘਰ ਦਾ ਆਦਮੀ ਬਿਮਾਰ ਹੈ, ਉਹਨੂੰ ਵੇਖਣ ਆਈ ਹੈ। ਇਹ ਗੱਲ ਬਿਨਾਂ ਦੱਸੇ ਨਹੀਂ ਸੀ ਸਮਝੀ ਜਾ ਸਕਦੀ। ਫਿਰ ਪ੍ਰਸ਼ਨ ਕਿਉਂ? ਉਹ ਬੇਸੁੱਧ ਜਿਹੀ ਖੜੀ ਰਹੀ, ਜਿਵੇਂ ਸਾਹਹੀਣ ਹੋ ਗਈ ਹੋਵੇ। ਉਹਨੇ ਦੋਵਾਂ ਮੁੰਡਿਆਂ ਕੋਲੋਂ ਮੁੰਸ਼ੀ ਜੀ ਦੇ ਦੁੱਖ ਤੇ ਸੰਤਾਪ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਕੀਤਾ ਸੀ ਕਿ ਹੁਣ ਉਹਨਾਂ ਦਾ ਦਿਲ ਸਾਫ਼ ਹੋ ਗਿਆ ਹੋਵੇਗਾ। ਹੁਣ ਉਹਨੂੰ ਗਿਆਨ ਹੋਇਆ ਕਿ ਇਹ ਉਹਦਾ ਵਹਿਮ ਹੀ ਸੀ। ਹਾਂ, ਮਹਿਜ ਵਹਿਮ ਹੀ ਸੀ। ਜੇਕਰ ਉਹਨੂੰ ਪਤਾ ਹੁੰਦਾ ਕਿ ਅਥਰੂਆਂ ਦੀ ਦ੍ਰਿਸ਼ਟੀ ਨੇ ਵੀ ਸ਼ੱਕ ਦੀ ਅੱਗ ਨੂੰ ਠੰਡਾ ਨਹੀਂ ਕੀਤਾ ਤਾਂ ਉਹ ਕਦੇ ਨਾ ਆਉਂਦੀ। ਰੋ ਰੋ ਕੇ ਮਰ ਜਾਂਦੀ, ਪਰ ਘਰੋਂ ਪੈਰ ਨਾ ਕੱਢਦੀ।
ਮੁਨਸ਼ੀ ਜੀ ਨੇ ਮੁੜ ਉਹ ਪ੍ਰਸ਼ਨ ਦੁਹਰਾਇਆ, ਤੂੰ ਇੱਥੇ ਕੀ ਕਰਨ ਆਈ ਏ? ਨਿਰਮਲਾ ਨੇ ਬਿਨਾਂ ਕਿਸੇ ਡਰ ਦੇ ਜਵਾਬ ਦਿੱਤਾ, ਤੁਸੀਂ ਇੱਥੇ ਕੀ ਕਰਨ ਆਏ ਹੋ? ਮੁਨਸ਼ੀ ਜੀ ਦੇ ਹੱਥ ਕੰਬਣ ਲੱਗੇ। ਉਹ ਝੁੰਝਲਾ ਕੇ ਮੰਜੀ ਤੋਂ ਉੱਠੇ ਅਤੇ ਨਿਰਮਲਾ ਦਾ ਹੱਥ ਫੜ ਕੇ ਬੋਲੇ, ਤੈਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਜਦੋਂ ਮੈਂ ਕਵਾਂ ਉਦੋਂ ਆਵੀਂ, ਸਮਝ ਗਈ? ਹਾਏ, ਇਹ ਕੀ ਅਨਰਥ ਹੋ ਗਿਆ? ਮਨਸਾ ਰਾਮ, ਜਿਹੜਾ ਮੰਜੀ ਤੋਂ ਹਿੱਲ ਵੀ ਨਹੀਂ ਸੀ ਸਕਦਾ, ਉੱਠ ਕੇ ਖੜਾ ਹੋ ਗਿਆ ਤੇ ਨਿਰਮਲਾ ਦੇ ਪੈਰਾਂ ਤੇ ਡਿੱਗ ਕੇ ਰੋਂਦਿਆਂ ਹੋਇਆਂ ਕਹਿਣ ਲੱਗਿਆ, ਮਾਂ ਜੀ, ਇਸ ਬਦਕਿਸਮਤ ਲਈ ਤੁਹਾਨੂੰ ਇੰਨਾ ਦੁੱਖ ਸਹਿਣਾ ਪਿਆ। ਮੈਂ ਤੁਹਾਡਾ ਪਿਆਰ ਕਦੇ ਵੀ ਨਹੀਂ ਭੁੱਲ ਸਕਦਾ। ਰੱਬ ਅੱਗੇ ਮੇਰੀ ਇਹੋ ਅਰਦਾਸ ਹੈ ਕਿ ਮੇਰਾ ਦੁਬਾਰਾ ਜਨਮ ਤੁਹਾਡੇ ਗਰਭ 'ਚੋਂ ਹੀ ਹੋਵੇ, ਜਿਸ ਨਾਲ ਮੈਂ ਤੁਹਾਡੇ ਕਰਜ਼ ਤੋਂ ਮੁਕਤ ਹੋ ਸਕਾਂ। ਪਰਮਾਤਮਾ ਜਾਣਦਾ ਹੈ, ਮੈਂ ਤੁਹਾਨੂੰ ਮਤਰੇਈ ਮਾਂ ਨਹੀਂ ਸਮਝਿਆ, ਮੈਂ ਤੁਹਾਨੂੰ ਆਪਣੀ ਮਾਂ ਸਮਝਦਾ ਰਿਹਾ। ਤੁਹਾਡੀ ਉਮਰ ਮੇਰੇ ਨਾਲੋਂ ਬਹੁਤੀ ਜ਼ਿਆਦਾ ਨਾ ਹੋਵੇ, ਪਰ ਤੁਸੀਂ ਮੇਰੀ ਮਾਂ ਦੀ ਜਗ੍ਹਾ ਸੀ ਤੇ ਮੈਂ ਤੁਹਾਨੂੰ ਹਮੇਸ਼ਾ ਉਸੇ ਨਜ਼ਰ ਨਾਲ ਵੇਖਿਆ। ਹੁਣ ਹੋਰ ਨਹੀਂ ਬੋਲਿਆ ਜਾਂਦਾ। ਮਾਂ ਜੀ, ਮਾਫ਼ ਕਰਨਾ, ਇਹ ਆਖਰੀ ਮੁਲਾਕਾਤ ਹੈ। ਨਿਰਮਲਾ ਨੇ ਅਥਰੂਆਂ ਦੇ ਵਹਿਣ ਨੂੰ ਰੋਕਦੇ ਹੋਏ ਕਿਹਾ, ਤੂੰ ਅਜਿਹੀਆਂ ਗੱਲਾਂ ਕਿਉਂ ਕਰਦਾ ਏਂ? ਤੂੰ 2-4 ਦਿਨਾਂ 'ਚ ਠੀਕ ਹੋ ਜਾਵੇਂਗਾ। ਮਨਸਾ ਰਾਮ ਨੇ ਸੂਖਮ ਆਵਾਜ਼ 'ਚ ਕਿਹਾ, ਹੁਣ ਹੋਰ ਜੀਣ ਦੀ ਲਾਲਸਾ ਨਹੀਂ ਰਹੀ ਤੇ ਨਾ ਹੀ ਬੋਲਣ ਦੀ ਤਾਕਤ ਹੀ ਹੈ। ਇੰਨਾ ਕਹਿੰਦਿਆਂ ਹੀ ਮਨਸਾ ਰਾਮ ਬੇਸੁੱਧ ਹੋ ਕੇ ਉੱਥੇ ਹੀ ਜ਼ਮੀਨ ਤੇ ਲੇਟ ਗਿਆ। ਨਿਰਮਲਾ ਨੇ ਪਤੀ ਵੱਲ ਡਰ ਰਹਿਤ ਨਜ਼ਰਾਂ ਨਾਲ ਵੇਖਦਿਆਂ ਹੋਇਆਂ ਕਿਹਾ, ਡਾਕਟਰ ਕੀ ਕਹਿੰਦਾ ਏ? ਮੁਨਸ਼ੀ ਜੀ, ਸਾਰੇ ਦੇ ਸਾਰੇ ਪਾਗਲ ਹਨ, ਕਹਿੰਦੇ ਹਨ ਤਾਜ਼ਾ ਖੂਨ ਚਾਹੀਦਾ ਹੈ। ਨਿਰਮਲਾ, ਤਾਜ਼ਾ ਖੂਨ ਮਿਲ ਜਾਵੇ ਤਾਂ ਜਾਨ ਬਚ ਸਕਦੀ ਹੈ। ਮੁਨਸ਼ੀ ਜੀ ਨੇ ਨਿਰਮਲਾ ਵੱਲ ਤੀਬਰ ਨਜ਼ਰਾਂ ਨਾਲ ਵੇਖਦਿਆਂ ਕਿਹਾ, ਮੈਂ ਰੱਬ ਨਹੀਂ ਹਾਂ ਤੇ ਨਾ ਹੀ ਡਾਕਟਰਾਂ ਨੂੰ ਸਮਝਦਾ ਹਾਂ। ਨਿਰਮਲਾ, ਤਾਜ਼ਾ ਖੂਨ ਨਾ ਮਿਲਣ ਵਾਲੀ ਚੀਜ਼ ਤਾਂ ਹੈ ਨਹੀਂ। ਮੁਨਸ਼ੀ ਜੀ, ਆਕਾਸ਼ ਦੇ ਤਾਰੇ ਵੀ ਨਾ ਮਿਲਣ ਵਾਲੇ ਨਹੀਂ। ਨਿਰਮਲਾ, ਮੈਂ ਆਪਣਾ ਖੂਨ ਦੇਣ ਲਈ ਤਿਆਰ ਹਾਂ, ਡਾਕਟਰ ਨੂੰ ਬੁਲਾਓ। ਮੁਨਸ਼ੀ ਜੀ ਨੇ ਹੈਰਾਨ ਹੋ ਕੇ ਕਿਹਾ, ਤੂੰ? ਨਿਰਮਲਾ, ਹਾਂ, ਕੀ ਕਰੀਏ, ਖੂਨ ਦੇਣ ਤੋਂ ਬਿਨਾਂ ਕੰਮ ਨਹੀਂ ਚੱਲਣਾ। ਮੁਨਸ਼ੀ ਜੀ, ਤੂੰ ਆਪਣਾ ਖੂਨ ਦੇਵੇਂਗੀ? ਨਹੀਂ, ਤੇਰੇ ਖੂਨ ਦੀ ਲੋੜ ਨਹੀਂ, ਇਹਦੇ ਨਾਲ ਤੇਰੀ ਜਾਨ ਨੂੰ ਖਤਰਾ ਹੈ। ਨਿਰਮਲਾ, ਮੇਰੀ ਜਾਨ ਹੋਰ ਕਿਸ ਦਿਨ ਕੰਮ ਆਵੇਗੀ? ਮੁਨਸ਼ੀ ਜੀ ਨੇ ਨਮ ਅੱਖਾਂ ਨਾਲ ਕਿਹਾ, ਨਹੀਂ ਨਿਰਮਲਾ, ਉਹਦਾ ਮੁੱਲ ਮੇਰੀਆਂ ਨਜ਼ਰਾਂ 'ਚ ਬਹੁਤ ਵੱਧ ਗਿਆ ਹੈ। ਅੱਜ ਤੱਕ ਉਹ ਮੇਰੇ ਭੋਗ ਵਿਲਾਸ ਦੀ ਵਸਤੂ ਸੀ, ਅੱਜ ਤੋਂ ਮੇਰੀ ਪੂਜਾ ਦੀ ਸਮੱਗਰੀ ਹੈ। ਮੈਂ ਤੇਰੇ ਨਾਲ ਬਹੁਤ ਬੁਰਾ ਕੀਤਾ ਹੈ, ਮਾਫ਼ ਕਰੀਂ। ਧੰਨਵਾਦ।